क्वेश्चन ने 21 से क्या सीखा कि दो मासेस गिवन है और उनका गैप गिवन है ते मैग्नीट्यूड ऑफ इंटेंसिटी एट ए पॉइंट 20 सेंटीमीटर फ्रॉम 800 एंड 15 सेंटीमीटर फ्रॉम 600 मास ते कैलकुलेट करनी है। यानी क्वेश्चन वाइज चलिए तो अपने को सिर्फ आ कंडीशन सी बेटा कि दो मासेस गिवन है, इथे एक ट्रायंगल अपना क्या सी बना दियो। इस ट्रायंगल के अंदर कंडीशन उन्हें दी सी कि अपने को कि एक मास गिवन है 800 किलोग्राम का m1 और m2 अपने को गिवन सेगा 600 किलोग्राम। एक पासे अपना डिस्टेंस 25 सेंटीमीटर सेगा और बाकी जो दो डिस्टेंस अपने को जेडे सीगे एक 20 सेंटीमीटर और एक 15 सेंटीमीटर सेगा। ਤੇ ਆਪਾਂ ਨੂੰ ਕਿਹਾ ਸੀ ਜੀ ਉਸ C ਪੁਆਇੰਟ ਦੇ ਉੱਤੇ ਰਿਜ਼ਲਟੈਂਟ ਇੰਟੈਂਸਿਟੀ ਕੱਢਣੀ ਹੈ ਤੇ ਆਪਾਂ ਕਿਹਾ ਸੀ ਜੀ ਇੱਥੇ ਇੱਕ ਇੰਟੈਂਸਿਟੀ IA ਬਣ ਗਈ A ਮਾਸ ਦੀ, मतलब A मास ने इस मास को अपने वाला अट्रैक्ट करना एक चीज। सेकंड सेगा B मास ने अट्रैक्ट किया, यानी इस पॉइंट पे दो इंटेंसिटीज अपने को गिवन सीगियां ते जे आ दो इंटेंसिटीज गिवन आ और ਅਸੀਂ ਇਹਨਾਂ ਦੋ ਦਾ ਰਿਜ਼ਲਟੈਂਟ ਕੱਢਣਾ ਤੇ ਮੈਂ ਕਿਹਾ ਸੀ ਇੱਥੇ ਪੈਰਾਲੋਗ੍ਰਾਮ ਕੰਪਲੀਟ ਕਰੋ। ਪੈਰਾਲੋਗ੍ਰਾਮ ਦੇ ਅਕੋਰਡਿੰਗ ਆਪਾਂ ਡਿਫਾਈਨ ਕੀਤਾ ਸੀਗਾ ਕਿ ਜਿਹੜਾ ਡਾਇਗੋਨਲ ਆਫ ਦਾ ਪੈਰਾਲੋਗ੍ਰਾਮ ਹੋਏਗਾ ਇਹ ਰਿਜ਼ਲਟੈਂਟ ਇੰਟੈਂਸਿਟੀ I ਨੂੰ ਡਿਫਾਈਨ ਕਰੋ। ਤੇ ਕੰਡੀਸ਼ਨ ਇੱਕੋ ਸੀਗੀ ਸਿਰਫ ਕਿ I ਲਿਖਣ ਵੇਲੇ ਮੈਨੂੰ ਐਂਗਲ ਚਾਹੀਦਾ ਸੀ C ਦੇ ਕਿੰਨਾ। ਤੇ ਜੇ ਤੁਸੀਂ ਫਿਗਰ ਨੂੰ ਥੋੜਾ ਧਿਆਨ ਦਿਓ ਤੇ ਇਹ ਰਾਈਟ ਐਂਗਲ ਟ੍ਰਾਇੰਗਲ ਬਣੀ ਪਈ ਹੈ, ਠੀਕ ਹੈ। ਆ ਸਾਈਡ ਇਹਦਾ ਸਕੁਅਰ ਪਲੱਸ ਇਹਦਾ ਸਕੁਅਰ, ਠੀਕ ਹੈ ਜੀ। ਜੇ ਇਹਨੂੰ ਸੋਲਵ ਕਰਕੇ ਦੇਖਾਂ ਤੇ ਇਹਦੇ ਇਕੁਇਵਲੈਂਟ ਆ, मतलब आ मेरे को हाइपोटेन्यूज कंसीडर हो जाना सी ते इथे मेरा 90 डिग्री एंगल आना सी। ਇਹਦਾ मतलब ये मेरी अपने आप जी का राइट एंगल ट्रायंगल आनी सी। जे आ मेरी राइट एंगल ट्रायंगल है ते इथे इंटेंसिटी दा फार्मूला आ लिखना सी आपा I इक्वल टू IA स्क्वायर प्लस IB स्क्वायर प्लस 2IA IB इनटू cos ऑफ 90 ते cos 90 करके टर्म 0 हो जानी ਤੇ ਅਲਟੀਮੇਟਲੀ ਆਪਣੇ ਕੋਲ I ਦਾ ਫਾਰਮੂਲਾ ਜਿਹੜਾ ਸੀਗਾ ਉਹ ਰਹਿ ਜਾਣਾ ਸੀਗਾ ਨਾ 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 ਨਿਆਣਿਆਂ ਨੂੰ ਨਾ ਕੁੱਟੋ। IA ਸਕੁਅਰ ਪਲੱਸ IB ਸਕੁਅਰ ਤੇ ਇਸ ਫਾਰਮੂਲੇ ਚ IA ਤੇ IB ਦੀ ਵੈਲਿਊ ਭਰ ਦਿਓ। IA ਅਸੀਂ ਬਣਾਇਆ ਸੀਗਾ ਇਸ ਮਾਸ ਤੋਂ, ਜਿਹੜੀ IA ਆਪਾਂ ਡਿਫਾਈਨ ਕੀਤਾ ਸੀਗਾ ਆਪਣੇ ਕੋਲ ਆਣਾ ਸੀ G ਫਾਰਮੂਲਾ ਜਨਰਲ ਇੰਟੈਂਸਿਟੀ ਦਾ ਸੀਗਾ GM/R ਸਕੁਅਰ ਤੇ IA ਆਪਣੇ ਕੋਲ ਬਣਿਆ ਸੀ G 800 ਓਵਰ 0.2 ਦਾ ਸਕੁਅਰ और IB ਦੀ ਵੈਲਿਊ ਆਪਣੇ ਕੋਲ ਬਣੀ ਸੀ G 600 ਓਵਰ 0.15 ਦਾ ਸਕੁਅਰ। आ दो वैल्यू जड़ी पुटअप करके इस फॉर्मूले से तुसी रिजल्टेंट इंटेंसिटी कढनी। शिवम कुमार जी हो जाऊगा? यस सर। होर किसी का कोई डाउट हैगा तो बोलो, अदरवाइज एक न्यूमेरिकल तुहानू कल दिता सीगा मैं करन नू जेड़ा 27 सीगा 27 कर लिया। फाइंड वर्क डन टू ब्रिंग द 4 पार्टिकल्स। यस कर लिया सारे ने न्यूमेरिकल? यस एक 28 पे दिता सी सर ਉਹਦੇ ਅੰਦਰ ਡਾਊਟ ਹੈ। हाँ जी 28 एक तो शिवम जी कह रहे ने डाउट हैगा। शिवम जी की डाउट है 28 च? सर जिदा दो स्टेज सैटेलाइट लॉन्च करनी है। हाँ फिर जी पहली बार तो हाइट एक हाइट दी कितने हाइट पहुंच गई ਤੇ ਆਪਾਂ ਫਿਊਲ ਕਿੱਦਾਂ ਕਰਨਾ ਕਿ ਕਿੰਨੇ ਵੱਲੋਂ ਜ਼ਿਆਦਾ ਫਿਊਲ ਯੂਜ਼ ਹੋਇਆ। ਆਹੋ ਤੁਸੀਂ ਇਹ ਦੱਸਣਾ ਕਿ ਵੀ ਪਹਿਲੇ ਕੇਸ 'ਚ ਫਿਊਲ ਜ਼ਿਆਦਾ ਯੂਜ਼ ਹੋਇਆ ਕਿ ਦੂਜੇ ਕੇਸ 'ਚ ਜ਼ਿਆਦਾ ਯੂਜ਼ ਹੋਇਆ। ਉਹ ਸਿੱਧਾ ਸਿੱਧਾ ਇਹ ਹੈ ਕਿ ਜਿਹੜੇ ਕੇਸ ਦੇ ਅੰਦਰ એનર્ਜੀ ਜ਼ਿਆਦਾ ਰਿਕੁਆਇਰਡ ਹੋਏਗੀ ਮਤਲਬ ਉੱਥੇ ਜ਼ਿਆਦਾ ਫਿਊਲ ਲੱਗੂਗਾ। ਹੁਣ ਉਹਨੂੰ ਸੋਲਵ ਕਰਨ ਦਾ ਮੈਥਡ ਤੁਹਾਨੂੰ ਦੱਸਿਆ ਸੀਗਾ। ਤੁਸੀਂ ਆਪਣੇ ਕੁਐਸਚਨ ਦੀ ਸਟੇਟਮੈਂਟ ਦੇਖੋ ਉਹਨੇ ਕਿਹਾ ਕੀ ਆ। ਪਹਿਲੋ ਸੈਟੇਲਾਈਟ ਅਸੀਂ ਹਾਈਟ ਤੇ ਲੈ ਕੇ ਗਏ ਕੀਤਾ ਕੁਐਸਚਨ। ਪਹਿਲਾਂ ਅਸੀਂ ਕਿਹਾ ਸੀ ਅਸੀਂ ਇਹਨੂੰ ਅਰਥ ਦੀ ਸਰਫੇਸ ਤੋਂ ਸੈਟੇਲਾਈਟ ਅਰਥ ਦੀ ਸਰਫੇਸ ਤੇ ਹੈਗਾ ਵਾ, ਠੀਕ ਹੈ। ਅਰਥ ਦੀ ਸਰਫੇਸ ਤੋਂ ਨੇ ਆਪਾਂ ਨੂੰ ਕਿਹਾ ਸੀ ਜੀ ਸੈਟੇਲਾਈਟ ਤੁਸੀਂ ਜਿਹੜਾ ਵਾ 500 ਕਿਲੋਮੀਟਰ ਦੀ ਹਾਈਟ ਤੇ ਲੈ ਕੇ ਜਾਣਾ। मतलब ਤੁਸੀਂ ਆ ਮੰਨ ਲਓ ਕਿ ਇਸ ਆਰਬਿਟ ਦੇ ਅੰਦਰ ਜਦੋਂ ਸੈਟੇਲਾਈਟ ਪਹੁੰਚਾਣੇ ਪਏ ਹੋ ਤੇ ਇਸ ਆਰਬਿਟ ਦੀ ਹਾਈਟ ਅਰਥ ਦੀ ਸਰਫੇਸ ਤੋਂ ਜਿਹੜੀ ਆ 500 ਕਿਲੋਮੀਟਰ ਗਿਵਨ ਆ ਮੈਨੂੰ ਨੇ h ਗਿਵਨ ਸੀਗਾ। ਅਰਥ ਦਾ ਰੇਡੀਅਸ ਸਾਨੂੰ ਡਿਫਾਈਨਡ ਆ
ਤੇ ਬੋਡੀ A ਤੋਂ B ਤੇ ਜਦੋਂ ਪਹੁੰਚੀ, ਇੱਕ ਪਾਰਟ ਉਹਨੇ ਕਿਹਾ ਫਿਊਲ ਦਾ ਇਸ ਕੰਮ 'ਚ ਲੱਗਿਆ ਕਿ ਉਹ ਸੈਟੇਲਾਈਟ ਨੂੰ ਅਰਥ ਦੀ ਸਰਫੇਸ ਤੋਂ ਇਸ ਹਾਈਟ ਤੱਕ ਉਹਨੇ ਪਹੁੰਚਾਤਾ। ਤੇ ਇਹਦਾ ਮਤਲਬ ਆ ਤੁਸੀਂ ਇਹਦੇ 'ਚ ਕੀ ਕੱਢੋਗੇ ਕਿ ਵੀ ਜਦੋਂ ਅਰਥ ਦੀ ਸਰਫੇਸ ਤੇ ਬੋਡੀ ਆ ਤੇ ਜਦੋਂ ਇਸ ਹਾਈਟ ਤੇ ਬੋਡੀ ਪਹੁੰਚ ਗਈ ਹਨਾ, ਇਸ ਕੇਸ ਦੇ ਅੰਦਰ ਮੇਰੀ એનર્ਜੀ ਦੀ ਚੇਂਜ ਕਿੰਨੀ ਆਈ ਹੈ। ਗੱਲ ਸਮਝ ਆ ਰਹੀ ਜੋ ਕਹਿ ਰਿਹਾ? ਯੈਸ ਸਰ। ਜਦੋਂ ਬੋਡੀ ਇਸ ਹਾਈਟ ਤੇ ਪਹੁੰਚੀ ਆ ਤੇ ਉਸ ਹਾਈਟ ਤੇ ਉਹਦੀ ਪੋਟੈਂਸ਼ੀਅਲ એનર્ਜੀ ਕਿੰਨੀ ਤੇ ਇਸ ਥਾਂ ਤੇ ਪੋਟੈਂਸ਼ੀਅਲ એનર્ਜੀ ਕਿੰਨੀ, ਦੋਨਾਂ ਦਾ ਡਿਫਰੈਂਸ ਕੱਢ ਦਿਓ, ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਕਿੰਨੀ ਪੋਟੈਂਸ਼ੀਅਲ એનર્ਜੀ ਤੁਹਾਡੀ ਕੰਜ਼ਿਊਮ ਹੋਈ ਆ ਇਸ ਪ੍ਰੋਸੈਸ ਨੂੰ ਹਾਈਟ ਦੇਣ 'ਚ। ਤੇ ਦੂਜੇ ਸਟੈਪ 'ਚ ਉਹਨੇ ਕਿਹਾ ਜੀ ਕਿ ਵੀ ਤੁਸੀਂ ਕੀ ਕਰਨਾ, ਤੁਹਾਡਾ ਫਿਊਲ ਜਿਹੜਾ ਹੋਏਗਾ ਉਹ ਇਹਨੂੰ ਇਸ ਆਰਬਿਟ 'ਚ ਉਹਨੂੰ ਸੈੱਟ ਕਰ ਦੇਗਾ। ਹਾਈਟ ਦੀ ਗੱਲ ਮੁੱਕ ਗਈ, ਹਾਈਟ ਇੰਨੀ ਤੇ ਪਹੁੰਚਾਣਾ ਸੀ, ਪਹੁੰਚਾਤਾ। ਹੁਣ ਸੈਟੇਲਾਈਟ ਤੇ ਘੁੰਮਣਾ ਵਾ ਤੇ ਜਦੋਂ ਸੈਟੇਲਾਈਟ ਇੱਥੇ ਮੂਵ ਕਰਨਾ ਤੇ ਇਹਦੇ ਨਾਲ એનર્ਜੀ ਕਿਨੈਟਿਕ ਦੀ ਫਾਰਮ 'ਚ ਚਾਹੀਦੀ ਉਹਨੂੰ। ਜਦੋਂ ਅਸੀਂ ਜਨਰਲ ਕਹਿੰਦੇ ਆ, ਉਦੋਂ ਅਸੀਂ ਇਹ ਕਹਿੰਦੇ ਕਿ ਵੀ ਸੈਟੇਲਾਈਟ ਇੱਥੋਂ ਚੁੱਕ ਕੇ ਇੱਥੇ ਜਦੋਂ ਪਹੁੰਚਾਣਾ ਵਾ ਤੇ ਉਦੋਂ ਦੋ ਫਾਰਮ 'ਚ એનર્ਜੀ ਆ। ਇੱਧਰ ਸਮਝ, ਜਦੋਂ ਸੈਟੇਲਾਈਟ B ਵਾਲੇ ਪੁਆਇੰਟ ਤੇ ਪਹੁੰਚਾਣਾ ਸਰਫੇਸ ਤੋਂ, ਉਦੋਂ ਅਸੀਂ ਕਹਿੰਦੇ ਜੀ ਸੈਟੇਲਾਈਟ ਨੂੰ B ਪੁਆਇੰਟ ਤੇ ਦੋ ਤਰ੍ਹਾਂ ਦੀ એનર્ਜੀ ਚਾਹੀਦੀ ਆ। ਇੱਕ ਉਹਨੇ B ਤੱਕ ਦੀ ਹਾਈਟ ਲੈਣੀ ਆ ਤੇ ਦੂਜਾ ਉਹਨੇ ਉੱਥੇ ਮੂਵ ਕਰਨਾ। ਅੱਗੇ ਇਹ ਦੋਨੋਂ ਫਾਰਮ 'ਚ એનર્ਜੀ ਇਕੱਠੀ ਕੱਢਦੇ ਆ ਜਿਹਨੂੰ ਅਸੀਂ ਕਹਿੰਦੇ ਸੈਟੇਲਾਈਟ ਦੀ ਟੋਟਲ એનર્ਜੀ ਆ। ਹੁਣ ਉਹਨੇ ਉਸ એનર્ਜੀ ਨੂੰ ਦੋ ਪਾਰਟ 'ਚ ਤੋੜ ਲਿਆ। ਹੁਣ ਕਿਹਾ ਜੀ ਇੱਕ ਕੰਮ ਇਹ ਹੋਏਗਾ ਰਾਕੇਟ ਦਾ ਕਿ ਸੈਟੇਲਾਈਟ ਨੂੰ A ਤੋਂ B ਤੇ ਪਹੁੰਚਾਏਗਾ। ਇਸ ਪ੍ਰੋਸੈਸ 'ਚ ਦੇਖੋ ਕਿੰਨੀ એનર્ਜੀ ਇਨਵੋਲਵਡ ਆ ਤੇ ਉਸ એનર્ਜੀ ਨੂੰ ਕੱਢਣ ਦਾ ਮੈਥਡ ਇਹ ਹੋਏਗਾ, ਆ ਅਰਥ ਦੇ ਸੈਂਟਰ ਤੋਂ ਇਹਦੀ ਹਾਈਟ ਜਿਹੜੀ ਸਮਾਲ r ਆ which is equal to r plus h। ਤੁਸੀਂ ਕੀ ਕਰੋ, ਆਲਰੇਡੀ ਜਦੋਂ ਸੈਟੇਲਾਈਟ A ਪੁਆਇੰਟ ਤੇ ਸੀਗਾ, ਇਹ ਅਰਥ ਦੇ ਸੈਂਟਰ ਤੋਂ r ਕਿਲੋਮੀਟਰ ਹਾਈਟ ਤੇ ਪਹਿਲਾਂ ਹੀ ਹੈਗਾ, ਠੀਕ ਹੈ। ਤੁਸੀਂ r plus h ਵਾਲੀ ਹਾਈਟ ਤੇ ਲੈ ਕੇ ਗਏ ਤੇ ਜੋ ਦੋਨਾਂ ਹਾਈਟ ਦੇ ਵਿੱਚ એનર્ਜੀ ਦਾ ਡਿਫਰੈਂਸ ਆ ਉਹ ਕੱਢ ਦਿਓ। ਇਹਦਾ ਮਤਲਬ ਜੋ ਅਸੀਂ ਕੈਲਕੂਲੇਟ ਕਰਨਾ ਉਹ ਆ ਆਏਗਾ UB UA। ਇੰਨੀ ਮੇਰੀ ਪੋਟੈਂਸ਼ੀਅਲ એનર્ਜੀ ਦੀ ਚੇਂਜ ਚਾਹੀਦੀ ਹੈ ਔਰ ਇੰਨੀ ਚੇਂਜ ਵਾਸਤੇ ਜਿੰਨਾ ਮੇਰਾ ਫਿਊਲ ਲੱਗਿਆ ਸੀ ਉਹ ਕੈਲਕੂਲੇਟ ਕਰਨਾ। ਉਹ ਫਿਊਲ ਇਸ ਪੋਟੈਂਸ਼ੀਅਲ એનર્ਜੀ ਦੀ ਚੇਂਜ ਨਾਲ ਮਿਲ ਜੂ। ਇੱਥੇ ਕੱਢੀਏ UB ਵਾਲੀ ਥਾਂ ਤੇ ਇਹਨੂੰ ਲਿਖਾਂਗਾ -GMM/r, ਠੀਕ ਹੈ। ਮਾਈਨਸ ਕਰਾਣਾ ਇਹਦੇ ਵਿੱਚੋਂ, ਇਹਨੂੰ ਮਾਈਨਸ ਕਰਾਣਾ +GMM/R, ठीक है। जो बॉडी इस A पॉइंट दे तो ओदो रेडियस दी वैल्यू कैपिटल R दे बराबर है। क्या आ चीज समझ आई? सॉरी माइनस ही है ना, माइनस माइनस प्लस हो जाएगा। क्या आ चीज समझ आई पहले? यस मेरी इस काम वास्ते एक एनर्जी इस काम च लगी है मेरी। ਤੇ ਦੂਜੀ ਵਾਰੀ ਉਹਨੇ ਕਿਹਾ ਜੀ, ਉਹਨੇ ਉੱਥੇ ਉਹਨੂੰ ਜਦੋਂ ਪਹੁੰਚਾਤਾ ਫਿਰ ਉਹਨੇ ਅਗਲੀ ਸਟੇਜ ਆਪਣੀ ਯੂਜ਼ ਕਰਨੀ ਸ਼ੁਰੂ ਕੀਤੀ ਫਿਊਲ ਦੀ। ਤੇ ਅਗਲੀ ਸਟੇਜ ਉਹਨੇ ਸੈਟੇਲਾਈਟ ਨੂੰ ਇਸ ਥਾਂ ਤੇ ਇੱਕ ਉਹਦੀ ਆਰਬਿਟਲ ਵੈਲੋਸਿਟੀ ਬਣਾ ਕੇ ਦੇਣੀ ਆ, ਉਹਨੂੰ ਇੱਕ ਕ੍ਰਿਟੀਕਲ ਸਪੀਡ ਦੇਣੀ ਤਾਂ ਕਿ ਸੈਟੇਲਾਈਟ ਇਸ ਆਰਬਿਟ 'ਚ ਘੁੰਮਣਾ ਸ਼ੁਰੂ ਹੋਵੇ। ਤੇ ਜਦੋਂ ਸੈਟੇਲਾਈਟ ਇਸ ਆਰਬਿਟ 'ਚ ਘੁੰਮਣਾ ਵਾ, ਮੂਵ ਕਰਨਾ ਵਾ, ਤੇ ਅਸੀਂ ਗੱਲ ਕਰਦੇ ਪਏ ਉਹਦੀ ਕਿਨੈਟਿਕ એનર્ਜੀ ਦੀ। ਇਹਦਾ ਮਤਲਬ ਜਦੋਂ ਸੈਕਿੰਡ ਸਟੇਜ ਆਏਗੀ, ਜਦੋਂ ਸੈਕਿੰਡ ਸਟੇਜ ਆਏਗੀ, ਸੈਕਿੰਡ ਸਟੇਜ ਦੇ ਅੰਦਰ ਅਸੀਂ ਜਿਹੜੀ ਕੰਡੀਸ਼ਨ ਲੈਣੀ ਆ, ਹੈਲੋ ਹਾਂਜੀ ਆਮ ਬੋਲੇ ਕਿਦਾਂ ਰਾਮ ਰਾਮ ਕਿਦਾਂ ਤੈਨੂੰ ਭਰਾ ਨਾਲ हाँ जी। और सैकेंड स्टेज के अंदर तुसी सैटेलाइट नो किनेटिक एनर्जी दी है, इसलिए सैकेंड स्टेज के अंदर जी एनर्जी रिक्वायर्ड है वो किनेटिक एनर्जी की फॉर्म च, ठीक है। तो किनेटिक एनर्जी का फार्मूला साडे कोल एज सच हाफ mv² या ਇਹਦਾ फार्मूला सीधा याद कर लो, ठीक है। ਇਹਦਾ फार्मूला आया सी GMM/2r। एक एनर्जी इस फॉर्म च लगी, एक एनर्जी मेरी इस फॉर्म च लगी है। तो तुसी दोनों फॉर्म च एनर्जी नु कंपेयर करना, रेशो लिखनी है कि केड़े केस के अंदर मेरे को एनर्जी ज्यादा इन्वॉल्व है। जेड़े केस च एनर्जी ज्यादा इन्वॉल्व है इधर उस केस च फ्यूल जेड़ा ज्यादा रिक्वायर्ड होएगा। क्लियर है? यस जिन्होंने यस 23 कीता सी क्या उन्हां नु ये न्यूमेरिकल 28 क्लियर है? यस यस सर। चलो इस तो बाद से क्या ਤੁਹਾਡਾ
ਨੈਕਸਟ ਕਿਹੜਾ ਸੀ ਆਪਾਂ ਕੀਤਾ ਲਾਸਟ ਕਿਹੜਾ ਕੀਤਾ ਸੀ ਹਾਂਜੀ ਇੱਕ 31st ਤੁਹਾਨੂੰ ਕਿਹਾ ਸੀਗਾ ਕਰਨ ਨੂੰ ਕਰ ਲਿਆ ਸੀ 31st ਨਹੀਂ ਕੀਤਾ ਹੁਣ ਨਾ ਤੁਹਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਮੈਂ ਕੱਲ ਰਿਜ਼ਲਟ ਕਰਕੇ ਕੁਝ ਨਹੀਂ ਕਹਿ ਰਿਹਾ ਹੁਣ ਪਿਆਰ ਬਖਸ਼ਣਾ ਪੈਣਾ ਠੀਕ ਹੈ ਕਿਉਂਕਿ ਕੰਮ ਵਾਪਸ ਨਹੀਂ ਹੋ ਕੇ ਆ ਰਿਹਾ ਇਹ ਚੀਜ਼ ਤੇ ਮਾੜੀ ਕਰੂਗੀ ਤੁਹਾਡੇ ਨਾਲ ਹੁਣ ਮੈਂ ਕਰਾਉਣ ਲੱਗਿਆ ਬਟ ਅੱਗੇ ਜਿਹੜਾ ਮੈਂ ਦੇਣਾ ਕੰਮ ਮੈਨੂੰ ਕੰਮ ਕੀਤਾ ਚਾਹੀਦਾ ਮੈਂ ਤੁਹਾਨੂੰ ਦੱਸ ਦਿੱਤਾ ਟਾਈਮ ਕਦੋਂ ਕੱਢਣਾ ਹੈ ਤੁਸੀਂ ਦੇਖਣਾ ਵਾ 31st ਦੇ ਅੰਦਰ ਸੀ ਇਹ ਕਿਹਾ ਸੀ ਸੈਟੇਲਾਈਟ 400 ਕਿਲੋਗ੍ਰਾਮ ਦਾ ਵਾ ਇਟ ਇਜ਼ ਮੂਵਿੰਗ ਇਨ ਸਰਕੂਲਰ ਆਰਬਿਟ ਆਫ ਰੇਡੀਅਸ 2r ਅਰਾਊਂਡ ਦਾ ਅਰਥ ਸੈਟੇਲਾਈਟ ਦਾ ਆਰਬਿਟ ਦਾ ਰੇਡੀਅਸ 2r ਹੈਗਾ ਹਾਊ ਮਚ એનર્ਜੀ ਇਜ਼ ਰਿਕੁਆਇਰਡ ਟੂ ਟ੍ਰਾਂਸਫਰ ਇਟ ਟੂ ਅ ਸਰਕੂਲਰ ਆਰਬਿਟ ਆਫ ਰੇਡੀਅਸ 4r ਤੁਸੀਂ 2r ਵਾਲੇ ਰੇਡੀਅਸ ਤੋਂ ਨੂੰ ਚੁੱਕਣਾ ਤੇ 4r ਵਾਲੇ ਚ ਲੈ ਕੇ ਜਾਣਾ એનર્ਜੀ ਦੀ ਚੇਂਜ ਦੱਸਣੀ ਆ ਕਿੰਨੀ ਆਈ ਫਿਰ ਇਦਾਂ ਉਹਨੇ ਕਿਹਾ ਸੀ ਕਿਨੈਟਿਕ ਦੀ ਵੀ ਤੇ ਪੋਟੈਂਸ਼ੀਅਲ ਦੀ ਵੀ ਚੇਂਜ ਦੱਸਣੀ ਆ ਤਿੰਨ ਚੀਜ਼ਾਂ ਕੱਢਣੀਆਂ ਠੀਕ ਹੈ ਹਾਈਟ ਦੇ ਚੇਂਜ ਹੋਣਾ ਕੀ ਚੇਂਜ ਹੋਈ ਆ क्वेश्चन ये ਸੀਗਾ ਆਪਣਾ 31st ਸੀਗਾ ਨੂਮੈਰੀਕਲ ਤੁਹਾਡਾ ਉਹਨੇ ਆ ਗਿਆ ਸੀਗਾ ਕਿ ਸੈਟੇਲਾਈਟ ਜੇ ਆ ਮੇਰੇ ਕੋਲ ਅਰਥ ਡਿਫਾਈਨਡ ਆ ਅਰਥ ਦਾ ਰੇਡੀਅਸ r ਲੈ ਰਹੇ ਆ ਸੈਟੇਲਾਈਟ ਇੱਕ ਵਾਰੀ ਜਿੱਥੇ ਰਿਵੋਲਵ ਕਰਦਾ ਪਿਆ ਵਾ ਉਹ ਆ ਆਰਬਿਟ ਆ ਇਹਦਾ ਸੈਂਟਰ ਤੋਂ ਜਿਹੜਾ ਡਿਸਟੈਂਸ ਆ ਇਹ 2r ਆ ਠੀਕ ਹੈ ਇਹ ਸੈਂਟਰ ਦਾ ਡਿਸਟੈਂਸ 2r ਆ ਯਾਨੀ ਇਹਦਾ r1 2r ਦੇ ਬਰਾਬਰ ਆ ਸੈਟੇਲਾਈਟ ਅਸੀਂ ਇਸ ਥਾਂ ਤੋਂ ਚੁੱਕਣਾ ਵਾ ਤੇ ਇਹਨੂੰ ਇੱਕ ਨਵੇਂ ਆਰਬਿਟ 'ਚ ਸੈੱਟ ਕਰਨਾ ਜਿਹੜੇ ਨਵੇਂ ਆਰਬਿਟ 'ਚ ਸੈੱਟ ਕਰਨਾ ਉਹਦਾ ਐਸਐਚ ਸੈਂਟਰ ਤੋਂ ਡਿਸਟੈਂਸ ਹੋਣੇ ਗਿਆ ਜੀ 4r ਆ ਤੇ ਇਹਦੀ ਗੱਲ ਸਮਝ ਲੱਗੀ ਹਾਂਜੀ ਸਰ ਯੈਸ ਹੁਣ ਜਦੋਂ ਤੁਸੀਂ ਸੈਟੇਲਾਈਟ ਦਾ ਆਰਬਿਟ ਚੇਂਜ ਕਰਨਾ ਤਾਂ ਅਸੀਂ ਕਹਿੰਦੇ ਜਿਹਦੀ ਟੋਟਲ એનર્ਜੀ 'ਚ ਕਿੰਨੀ ਚੇਂਜ ਆ ਉਹਦੀ ਕਿਨੈਟਿਕ 'ਚ ਕਿੰਨੀ ਚੇਂਜ ਆ ਉਹਦੀ ਪੋਟੈਂਸ਼ੀਅਲ 'ਚ ਕਿੰਨੀ ਚੇਂਜ ਆ ਤੇ ਆਪਣੇ ਕੋਲ ਸਿਰਫ ਫਾਰਮੂਲੇ ਚਾਹੀਦੇ ਸੀ ਵੀ ਨੋ ਦੈਟ ਟੋਟਲ એનર્ਜੀ ਆਫ ਸੈਟੇਲਾਈਟ total energy of a satellite is given by total energy ਦਾ ਫਾਰਮੂਲਾ ਬੋਲੇਗਾ ਕੋਈ ਹੈ ਨਾ ਕੀ ਹੁੰਦਾ ਸੈਟੇਲਾਈਟ ਦੀ ਟੋਟਲ એનર્ਜੀ ਦਾ ਫਾਰਮੂਲਾ ਉਹ ਬੋਲੂ ਕੋਈ ਹੈ ਨਾ मेरा ना दिल करता अज की भी क्लास बंद कर देव जे इदा के हालातों ना पढ़ाना तुहानू इन्ने जाने कोई एक भी नहीं इदा का ये शर्म वाली गल है तुहाडे सारे लिए भी तो मेरे लिए भी कि भी तुहानू एक फॉर्मूला भी नहीं मैं याद करा पाया आस्था अंकिता अर्श दीक्षा ग्राइमन गुरजेवन किसी को नहीं पता फॉर्मूला -G capital M small m on 2r ਤੇ ਫਿਰ ਮੈਨੂੰ ਇਹ ਦੱਸੋ ਮੈਂ ਤੁਹਾਨੂੰ ਕਿਸੇ ਨੂੰ ਘਰ ਆ ਕੇ ਪੁੱਛਾਂ ਕਿ ਵੀ ਮੈਨੂੰ ਫਾਰਮੂਲਾ ਬੁੱਤ ਬੋਲ ਕੇ ਦੱਸੋ ਕੀ ਆਣਾ ਕਿਉਂ ਨਹੀਂ ਬੋਲ ਰਹੇ ਫਿਰ ਤੁਸੀਂ ਲੋਕ ਮੈਂ ਬਹੁਤ ਲਾਡ ਨਾਲ ਪੜਾ ਰਿਹਾ ਤੇ ਲਾਡ ਨਾਲ ਪੜੂੰਗੇ ਠੀਕ ਹੈ ਝਿੜਕਿਆਂ ਦੇ ਕੰਮ 'ਚ ਨਾ ਜਾਓ ਟੋਟਲ એનર્ਜੀ ਆਫ ਸੈਟੇਲਾਈਟ ਅਸੀਂ ਡਿਫਾਈਨ ਕੀਤੇ ਹੋਏ ਫਾਰਮੂਲੇ ਤੁਹਾਨੂੰ ਆਉਂਦੇ ਹੋਣੇ ਚਾਹੀਦੇ ਕੱਲ ਮੈਂ ਗ੍ਰੈਵਿਟੇਸ਼ਨ ਦਾ ਇੱਕ ਫਾਰਮੂਲਾ ਹਰ ਨਿਆਣੇ ਕੋਲ ਸੁਣਨਾ ਮੈਂ ਤੁਹਾਨੂੰ ਦੱਸ ਦਿੱਤਾ ਹੀ ਨਾਲੇ ਸੈਕੰਡ ਯੂਨਿਟ ਦੇ ਐਮਸੀਕਿਊ ਦੀ ਸ਼ੀਟ ਲੈਣੀ ਹੈ ਮੈਂ ਪਰਸੋਂ ਤੱਕ ਤੇ ਨਾਲ ਗੱਲ ਗ੍ਰੈਵਿਟੇਸ਼ਨ ਦੇ ਫਾਰਮੂਲੇ ਪੜੋਗੇ ਮੇਰੇ ਵੱਲੋਂ ਦਿਨ ਜਾਗੋ ਤੇ ਮੇਰੇ ਵੱਲੋਂ ਭਾਵੇਂ ਰਾਤ ਆ એનર્ਜੀ ਦਾ ਫਾਰਮੂਲਾ ਸੀ -Gmm/2r ਜਿਹੜੀ ਟੋਟਲ એનર્ਜੀ ਆਈ ਤੇ ਜੇ એનર્ਜੀ ਦੀ ਚੇਂਜ ਹੈ ਤੇ ਇੱਥੇ ਸਿਰਫ r ਕਰਕੇ ਚੇਂਜ ਆਣੀ ਇੱਕ ਵਾਰੀ ਤੁਸੀਂ એનર્ਜੀ ਡਿਫਾਈਨ ਕਰ ਦਿਓ -Gmm/2r1 ਇੱਕ ਨਵੇਂ ਆਰਬਿਟ 'ਚ ਜਾ ਕੇ એનર્ਜੀ ਡਿਫਾਈਨ ਕਰ ਲਓ ਤੇ ਵੈਲਿਊ ਆ ਜਾਣੀ -Gmm/2 ਟਾਈਮਸ ਦਾ r2 r1 ਸਾਡੇ ਕੁਐਸਚਨ ਦੇ ਅਕੋਰਡਿੰਗਲੀ ਜਿਹੜਾ 2r ਆ ਔਰ r2 ਸਾਡੇ ਕੁਐਸਚਨ ਦੇ ਅਕੋਰਡਿੰਗਲੀ ਜਿਹੜਾ 4r ਆ ਤੇ देयरफॉर ਜੇ ਚੇਂਜ ਕੱਢਣੀ ਆ देयरफॉर ਜੇ ਚੇਂਜ ਇਨ એનર્ਜੀ ਕੱਢਣੀ ਆ ਤੇ ਉਹਦੇ ਲਈ ਐਸਐਚ ਆ ਦੋ ਆਰਬਿਟ ਦੀ એનર્ਜੀ ਦਾ ਡਿਫਰੈਂਸ ਲੈਣਾ ਸੀ ਸਿਰਫ ਇਹਨੇ ਆਪਣੇ ਕੋਲ ਟਰਮ ਬਣ ਜਾਏਗੀ -Gmm/2 ਪਹਿਲੀ ਵਾਰ ਰੱਖਦਾ ਪਿਆ ਨਹੀਂ ਟਰਮ ਨੂੰ 1/r2 ਠੀਕ ਹੈ ਜੀ ਮਾਈਨਸ ਆਫ ਠੀਕ ਹੈ ਤੁਹਾਡੇ ਕੋਲ ਐਸਐਚ ਆ ਵੈਲਿਊ ਜਿਹੜੀ ਬਣਨੀ ਆ minus of 1/r1 minus out plus out कोई ध्यान नहीं हो sir plus प्लस
प्लस आना माइनस बाहर कट लिया अपना माइनस कॉमन काट बिल्कुल जी बिल्कुल E2 माइनस E1 लिखिया सी ठीक है ते इसलिए इतने मेरी टर्म आ जाएगी ਤੇ R1 R2 ਤੁਹਾਡੇ ਕੋਲ ਦੋਨੋਂ ਗਿਵਨ ਹੈ ਸਿਰਫ ਵੈਲਿਊ ਪੁੱਟ ਅਪ ਕਰ ਦਿਓ ਤੇ ਇੱਥੇ ਤੁਹਾਡੀ ਐਸ ਸੱਚ ਕਹਿੰਦਾ ਜੀ ਟੋਟਲ એનર્ਜੀ ਆ ਜੂਗੀ એનર્ਜੀ ਦੀ ਚੇਂਜ ਕਿੰਨੀ ਆਣੀ ਔਰ ਜੇ ਕਿਨੈਟਿਕ એનર્ਜੀ ਦੀ ਚੇਂਜ ਕੱਢਣੀ ਆ ਤੇ ਆਹ ਫਾਰਮੂਲਾ ਕਹਿੰਦਾ Gmn/2r ਇਹ ਸੇਮ ਇਕੁਅਲ ਟੋਟਲ એનર્ਜੀ ਦੇ ਬਰਾਬਰ ਮਤਲਬ ਇਹਦੇ ਵਿੱਚ ਫਰਕ ਸਿਰਫ ਇਹ ਪੈਣਾ ਇਹਦੀ ਜੇ ਕਿਨੈਟਿਕ એનર્ਜੀ ਦੀ ਚੇਂਜ ਕੱਢਣੀ kinetic energy ਦੀ ਚੇਂਜ ਕੱਢਣੀ ਤੇ ਫਾਰਮੂਲਾ Gmn/2r प्लस ਲੱਗ ਜਾਣਾ ਇਹ ਮਤਲਬ ਆਪਣੇ ਕੋਲ ਵੈਲਿਊ ਆ ਜਾਏਗੀ Gmn/2r2 minus Gmn/2r1 ਆ ਸਿਰਫ ਮੇਰੇ ਕੋਲ ਵੈਲਿਊ ਨਹੀਂ ਰਹਿ ਜਾਣੀ ਠੀਕ ਹੈ ਔਰ ਜੇ ਪੋਟੈਂਸ਼ੀਅਲ એનર્ਜੀ ਕੱਢਣੀ ਆ ਤੇ ਨੈਕਸਟ ਪਾਰਟ ਦੇ ਅੰਦਰ ਅਸੀਂ ਡਿਫਾਈਨ ਕਰਦੇ ਕਿ ਪੋਟੈਂਸ਼ੀਅਲ એનર્ਜੀ ਡਿਫਾਈਨ ਕਰੀ ਦੀ ਆ U Gmn/r यानी kinetic एनर्जी या टोटल एनर्जी तो कहना जी डबल आनी है वैल्यू आ मेरे को फार्मूला वा तो देयरफॉर चेंज इन पोटेंशियल एनर्जी लिखनी हुई ते टर्म बन जानी U2 U1 माइनस Gmn/r2 माइनस माइनस प्लस हो जाना Gmn/r1 आ टर्म बन जाएगी यदि चेंज कर दो R1 R2 सारी था पे अपन डिफाइन कर लिया कि भी 2r ਤੇ 4r रहने हो जो कोई नैनो इतने एक गलती हैगी आ आगे जरा प्लस कहते हैं आ साइन को अंदर एडजस्ट कर रहे हैं -r2 एक मिनट मैं दोबारा लेके देख लो मैंने गलती पता नहीं क्यों ला ली E2 की वैल्यू आनी -Gmn/2r2 माइनस ऑफ r यानी प्लस ऑफ Gmn/2r1 आ बननी है टर्म E2 ਇਹਦਾ ਦੇ ਦੇ ਲਿਖ ਦਿੱਤਾ ਮਾਈਨਸ ਕਰਨੀ ਸੀਗੀ ਤੇ ਮਾਈਨਸ ਆਪਣੇ ਕੋਲ ਇਹਦੀ ਵੀ ਪੈਂਡਿੰਗ ਸੀਗੀ ਪਲੱਸ ਹੋ ਕੇ ਆਣੀ ਆ ਟਰਮ ਸਾਈਨ ਦੀ ਗਲਤੀ ਕਰਦੇ ਪਏ ਸੀ क्या ਆ ਤਿੰਨੇ ਫਾਰਮੂਲੇ ਕਲੀਅਰ ਆ पोटेंशियल टोटल एनर्जी ਦੀ ਚੇਂਜ kinetic एनर्जी ਦੀ ਚੇਂਜ और पोटेंशियल एनर्जी ਦੀ ਚੇਂਜ क्या ਆ ਤਿੰਨ ਫਾਰਮੂਲੇ ਕਲੀਅਰ ਆ ਜੀ Yes, sir. Yes. Yes. ਚਲੋ ਜੇ ਆ ਕਲੀਅਰ ਆ ਤੇ ਨੈਕਸਟ ਨੂਮੈਰਿਕਲ ਦੀ ਸਟੇਟਮੈਂਟ ਪੜੋ ਇੱਕ ਵਾਰੀ ਚੰਗੀ ਤਰ੍ਹਾਂ ਮੈਂ ਸਟੇਟਮੈਂਟ ਪੁੱਛਣੀ ਆ ਪਹਿਲਾਂ ਮੇਰੀ ਫੋਟੋ ਕਲਿੱਕ ਕਰਦਾ ਉਹਨਾਂ ਦੇ ਵਿੱਚ ਨੈਕਸਟ ਦੀ ਸਟੇਟਮੈਂਟ ਪੜ ਲਓ पढ़ो नेक्स्ट क्वेश्चन इंपॉर्टेंट भी है और थोड़ा जिहा ध्यान नाल समझण वाला तुहाडे स्टेटमेंट एक बारी 30 सेकंड दी बोल रहे हैं two bodies of masses m1 and m2 they are placed at a distance r apart जे स्टेटमेंट वाइज एनी टर्म ਨੂੰ ਲੈ ਕੇ ਚੱਲੀਏ ਤੇ ਆਪਣੇ क्वेश्चन ਚ ਨੇ ਆ ਡਿਫਾਈਨ ਕੀਤਾ ਕਿ ਵੀ ਆਪਣੇ ਕੋਲ a और b ਦੋ ਪੁਆਇੰਟਸ ਆ ਗਏ ਇੱਥੇ masses m1 ਤੇ m2 डिफाइंड ਆ and distance between the two masses ਮੇਰੇ ਕੋਲ r given ਆ ठीक है अगली लाइन जो ने की क्या नेक्स्ट लाइन इंपॉर्टेंट है स्टेटमेंट दी समझो स्टेटमेंट show that the position where the gravitation field due to them is zero इस लाइन ਦੇ ਉੱਤੇ ਕਿਤੇ ਇੱਕ ਪੁਆਇੰਟ ਆ ਜਿੱਥੇ ਗ੍ਰੈਵਿਟੇਸ਼ਨ ਫੀਲਡ ਮੈਂ ਅੱਗੇ ਵੀ ਕਿਹਾ ਸੀ ਗ੍ਰੈਵਿਟੇਸ਼ਨ ਫੀਲਡ ਦਾ ਮਤਲਬ ਗ੍ਰੈਵਿਟੇਸ਼ਨ ਫੀਲਡ ਇੰਟੈਂਸਿਟੀ ਆ ਉਹ ਕਹਿੰਦਾ ਇਸ AB ਲਾਈਨ ਦੇ ਉੱਤੇ ਕਿਤੇ ਕੋਈ ਪੁਆਇੰਟ C ਹੈਗਾ जिथे ग्रेविटेशनल फील्ड इंटेंसिटी इन दोनों मासेस दे करके जीरो आ ठीक है कहता जी उस पॉइंट पे द पोटेंशियल इज गिवन बाय दिस टर्म मैं लाइन पे रिपीट कर रहा अपने क्वेश्चन जो ने क्या वा कि भी इस लाइन जॉइनिंग दे उत्ते ठीक है जी किते कोई पॉइंट हैगा जिथे ग्रेविटेशन फील्ड इंटेंसिटी जीरो होएगी ते उस पॉइंट ते पोटेंशियल दी वैल्यू ठीक है कहता जी जेडी उन्हें कही आ ओनी होनी चाहिए मतलब जब आ मनिए कि इथे एक सी पॉइंट हैगा आ एक सी पॉइंट हैगा इस सी पॉइंट ते जब मैं कोई भी एक टेस्ट मास रख दवा ਅਸੀਂ ਜਿੱਥੇ ਵੀ ਇੰਟੈਂਸਿਟੀ ਕੱਢਦੇ ਬਾਰ-ਬਾਰ ਇਸ ਲਾਈਨ ਨੂੰ ਲੈਣੇ ਜਿੱਥੇ ਇੰਟੈਂਸਿਟੀ ਕੱਢਣੀ ਆ ਇਹ ਕੋਲ ਤੇ ਇੱਕ ਟੈਸਟ ਮਾਸ ਪਿਆ
ਤੇ ਆ ਜਿਹੜੇ ਦੋ ਮੇਰੇ ਸੋਰਸ ਮਾਸਿਸ ਨੇ, ਇਸ ਸੋਰਸ ਮਾਸ A ਨੇ ਇਸ ਮਾਸ ਨੂੰ ਆਪਣੇ ਵੱਲ ਅਟਰੈਕਟ ਕਰਨਾ, B ਨੇ ਇਹਨੂੰ ਆਪਣੇ ਵੱਲ ਅਟਰੈਕਟ ਕਰਨਾ। ਅਲਟੀਮੇਟ ਜਿਹੜੇ ਦੋ ਆਪੋਜ਼ਿਟ ਡਾਇਰੈਕਸ਼ਨ 'ਚ ਫੋਰਸਸ ਲੱਗੀਆਂ ਲਾਈਨ ਦੇ ਉੱਤੇ, ਕਿੱਥੇ ਉਹ ਪੁਆਇੰਟ ਆ ਜਿੱਥੇ ਨੈਟ ਵੈਲਿਊ 0 ਆ। ਕਿਆ ਇੰਨੀ ਗੱਲ ਸਮਝ ਆਈ? yes Yes. हाँ जी yes सर। ਜੇ ਮੈਂ ਆ ਮਤਲਬ C ਉਹ ਪੁਆਇੰਟ ਹੋਏਗਾ ਜਿੱਥੇ ਇੰਟੈਂਸਿਟੀ 0 ਆ ਤੇ ਇੱਕ ਸਾਈਡ ਤੋਂ ਅਸੀਂ ਕਹਿੰਦੇ ਜਿਹਦਾ ਡਿਸਟੈਂਸ x ਕਹਿ ਦੋ ਤੇ ਦੂਜੇ ਪਾਸੇ ਉਹਦਾ ਡਿਸਟੈਂਸ ਜਿਹੜਾ ਮੇਰੇ ਕੋਲ ਹੋਏਗਾ ਉਹ r x ਆ ਜੂ। ਇਹਦੀ ਗੱਲ ਪਹਿਲਾਂ ਕਲੀਅਰ? Yes, sir. क्वेश्चन क्लियर है सारे ਨੂੰ? यस सर ਹੁਣ ਉਹਨੇ ਕੁਐਸਚਨ ਚ ਕੀ ਕਿਹਾ ਕਿ ਵੀ ਜਿੱਥੇ ਵੀ ਇਹ ਪੁਆਇੰਟ ਹੈਗਾ ਨਾ ਉਸ ਥਾਂ ਤੇ ਪੋਟੈਂਸ਼ੀਅਲ ਜਿਹੜਾ ਵਾ, ਯਾਨੀ ਅਕੋਰਡਿੰਗ ਟੂ ਕੁਐਸਚਨ C ਪੁਆਇੰਟ ਤੇ ਜਿਹੜਾ ਪੋਟੈਂਸ਼ੀਅਲ ਹੋਏਗਾ ਇਹਦੀ ਵੈਲਿਊ ਆਪਣੇ ਕੋਲ ਕਿੰਨੀ ਆਣੀ ਚਾਹੀਦੀ ਆ? -g m1 m2 m1 m2 2 times root of m1 m2 over r। ठीक है जी, यानी इतना उस पॉइंट ਦੇ ਉੱਤੇ ਕਿੰਨਾ ਜੀ ਮੇਰੇ ਕੋਲ ਪੋਟੈਂਸ਼ੀਅਲ ਹੋਏਗਾ। मैंने एक बारी ਇਹਦੀ ਵੈਲਿਊ ਚੈੱਕ ਕਰ ਲੈਂਦੇ ਹੋ। ਪੋਟੈਂਸ਼ੀਅਲ ਇਹੀ ਉਹਨੇ ਕਿਹਾ ਕਿ ਕੁਝ ਹੋਰ ਵੈਲਿਊ ਨਾ ਹੋਵੇ। -g/r * m1 m2 2। ਠੀਕ ਹੈ ਜੀ, ਬਿਲਕੁਲ ਠੀਕ ਹੈ ਵੈਲਿਊ। ਉਹਨੇ ਆਪਾਂ ਨੂੰ ਇਹ ਕਿਹਾ ਕਿ ਵੀ ਇੰਨਾ ਪੋਟੈਂਸ਼ੀਅਲ ਇਸ C ਪੁਆਇੰਟ ਤੇ ਹੋਣਾ ਚਾਹੀਦਾ। ਕੀ ਗੱਲ ਸਮਝ ਲੱਗੀ ਸਟੇਟਮੈਂਟ ਦੀ? ਹਾਂਜੀ, ਸਟੇਟਮੈਂਟ ਕਲੀਅਰ ਆ? yes ਚਲੋ यस सर। ਸਿਰਫ ਧਿਆਨ ਨਾਲ ਸਮਝਿਓ ਉਹਨੇ ਕੁਐਸਚਨ ਨੂੰ ਅਟੈਂਪਟ ਕਿੱਦਾਂ ਲੈਣਾ ਆਪਾਂ। ਉਹਨੇ ਇਹ ਕਿਹਾ ਵਾ ਕਿ ਵੀ C ਪੁਆਇੰਟ ਉਹ ਪੁਆਇੰਟ ਆ ਜਿੱਥੇ ਪੋਟੈਂਸ਼ੀਅਲ ਇੰਨਾ ਆਣਾ ਚਾਹੀਦਾ ਬੇਟਾ। ਤੇ ਉਹ ਤਾਂ C ਪੁਆਇੰਟ ਤੇ ਪੋਟੈਂਸ਼ੀਅਲ ਕੱਢਣਾ। ਪੋਟੈਂਸ਼ੀਅਲ ਦੀ ਕੀ ਡੈਫੀਨੇਸ਼ਨ ਹੁੰਦੀ ਹੈ? ਪੋਟੈਂਸ਼ੀਅਲ ਦੀ ਡੈਫੀਨੇਸ਼ਨ ਕੀ ਸੀਗੀ? Work done to bring a body work at done that to point. Work done bring a body from unit a body from infinity to from that infinity to given point C ਪੁਆਇੰਟ ਤੇ ਜਿਹੜਾ ਬੋਡੀ ਪਹੁੰਚਾਣੀ ਆ, ਜਿਵੇਂ C ਪੁਆਇੰਟ ਤੇ ਬੋਡੀ ਪਹੁੰਚਾਣੀ ਆ ਉਹਦੇ ਲਈ ਵਰਕ ਕਿੰਨਾ ਕਰਨਾ ਪਏਗਾ। ਤੇ ਜਦੋਂ ਮੈਂ C ਪੁਆਇੰਟ ਤੇ ਬੋਡੀ ਲੈ ਕੇ ਆਣੀ, ਮੰਨ ਲਓ ਆ ਇਨਫਿਨਿਟੀ ਤੋਂ ਮੈਂ C ਤੇ ਬੋਡੀ ਲੈ ਕੇ ਆਣੀ ਹੈ ਤੇ A ਮਾਸ ਨੇ ਤੇ B ਮਾਸ ਨੇ ਉਹਨੂੰ ਕਿੰਨਾ ਕਿੰਨਾ ਵਰਕ ਕੀਤਾ ਉਹਨੂੰ ਅਟਰੈਕਟ ਕਰਨ ਲਈ। ਠੀਕ ਹੈ, ਉਹ ਮੇਰੇ ਕੋਲ ਐਸਾ C ਪੁਆਇੰਟ ਤੇ ਟੋਟਲ ਪੋਟੈਂਸ਼ੀਅਲ ਹੋ। ਇਹਦਾ ਮਤਲਬ ਜੇ ਮੈਂ ਇਸ ਕੁਐਸਚਨ ਨੂੰ ਸੋਲਵ ਕਰਨਾ ਸ਼ੁਰੂ ਕਰਨਾ, ਠੀਕ ਹੈ, ਜੇ ਆਪਾਂ ਇਹਨੂੰ ਸੋਲਵ ਕਰਨਾ ਸ਼ੁਰੂ ਕਰਨਾ ਤੇ ਇਹਦਾ ਮਤਲਬ ਆਪਣੇ ਕੋਲ ਆ ਕਿਹਾ ਗਿਆ ਕਿ C ਪੁਆਇੰਟ ਤੇ ਜਿਹੜਾ ਪੋਟੈਂਸ਼ੀਅਲ ਹੋਏਗਾ that is the potential due to mass at A plus potential due to mass at B। ਕੀ ਆ ਗੱਲ ਸਮਝ ਆਈ? ਸਾਡੇ ਅਕੋਰਡਿੰਗਲੀ C ਪੁਆਇੰਟ ਤੇ ਪੋਟੈਂਸ਼ੀਅਲ VA plus VB ਹੋਏਗਾ ਤੇ ਉਹ ਕਹਿੰਦਾ ਜੀ VA plus VB ਇੰਨਾ ਆਣਾ ਚਾਹੀਦਾ। ਹੁਣ ਇਸ ਕੰਡੀਸ਼ਨ ਤੱਕ ਜਾਣ ਲਈ ਅਸੀਂ VA ਤੇ VB ਦੀ ਵੈਲਿਊ ਪੁੱਟ ਅਪ ਕਰੀਏ ਤੇ ਪੋਟੈਂਸ਼ੀਅਲ ਦਾ ਜਨਰਲ ਫਾਰਮੂਲਾ ਆਪਣੇ ਕੋਲ ਹੁੰਦਾ we know that potential is given by -gm/r। क्लियर है? yes 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 sir। yes इसी अपना आ जाएगा -gm1/x। ठीक है, इधरों डिस्टेंस x आ गया प्लस आ गया -gm2/r-x। ठीक है जी, ਇਹਨੂੰ ਸੋਲਵ ਕਰੀਏ ਤੇ VC ਦੀ ਵੈਲਿਊ -g ਬਾਹਰ ਆ ਜਾਏਗਾ m1/x। ठीक है जी, जो माइनस दोनों से बाहर कर देंगे, प्लस आ गया m2/r-x। अपने कोल पुੱਤਰ आ पोटेंशियल ਦੀ ਵੈਲਿਊ ਆਈ ਹੈ ਸੋਲਵ ਕਰਕੇ। ठीक है जी, ਜਿਹੜੀ पोटेंशियल C ਪੁਆਇੰਟ ਤੇ ਕੱਢਣਾ ਵਾ ਪਰ C ਤੇ पोटेंशियल ਇੰਨਾ ਆਣਾ ਚਾਹੀਦਾ। ਪਰ ਜੇ ਹੁਣ ਧਿਆਨ ਦਿਓ ਆਪਣੇ ਕੋਲ ਉਹਨੇ ਕੀ ਕਿਹਾ ਵਾ ਜਿਹੜਾ पोटेंशियल ਕੱਢਣਾ ਉਹ ਕਿਹੜੇ ਕਿਹੜੇ ਵੇਰੀਏਬਲ ਚ m1 m2 ਤੇ r ਆ ਤਿੰਨ ਵੇਰੀਏਬਲ ਚ ਆਪਣੇ ਕੋਲ ਆਇਆ। ਆਪਣਾ पोटेंशियल m1 m2 ਦੀ ਫਾਰਮ ਚ ਤੇ ਆ ਗਿਆ ਪਰ ਨਾਲ x ਆਂਦਾ ਪਿਆ ਤੇ x ਮੇਰਾ ਨੋਨ ਵੇਰੀਏਬਲ ਨਹੀਂ ਹੈਗਾ। ਆਪਣੇ ਇਸ ਆਨਸਰ ਦੇ ਅੰਦਰ ਕਿਤੇ ਵੀ x ਇਨਵੋਲਡ ਨਹੀਂ ਹੈ। ਇਹ ਮਤਲਬ x ਨੂੰ ਤੁਹਾਨੂੰ ਮੇਨ ਖਤਮ ਕਰਨਾ ਪੈਣਾ ਇਸ ਕੁਐਸਚਨ ਚ। ਕਿ ਇੰਨੀ ਗੱਲ ਸਮਝ ਲੱਗ ਰਹੀ? Yes, sir. yes 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 sir। ਖਤਮ ਕਰਨ ਵਾਸਤੇ x ਨੂੰ ਵਿੱਚੋਂ ਐਲੀਮੀਨੇਟ ਕਰਨ ਵਾਸਤੇ ਉਹਨੇ ਕੁਐਸਚਨ 'ਚ ਇਹ ਲਾਈਨ ਬੋਲੀ ਕਿ C ਪੁਆਇੰਟ ਤੇ ਗ੍ਰੈਵਿਟੇਸ਼ਨ ਫੀਲਡ ਇੰਟੈਂਸਿਟੀ 0 ਆ। ਇਹਦਾ ਮਤਲਬ C ਪੁਆਇੰਟ ਤੇ ਜਿਹੜੀ A ਮਾਸ ਦੀ ਇੰਟੈਂਸਿਟੀ IA ਹੋਏਗੀ ਤੇ ਜਿਹੜੀ B ਮਾਸ ਦੀ ਇੰਟੈਂਸਿਟੀ IB ਹੋਏਗੀ। ਇਹ ਆਪਸ ਕੀ ਹੋਣੀਆਂ ਵਾ? equal and opposite मतलब इसको आगे क्वेश्चन को बनाने वास्ते ਮੈਨੂੰ इंटेंसिटी ਦਾ ਕਨਸੈਪਟ ਚਾਹੀਦਾ।
Now according to question IA should be equal to IB. The intensity the formula put up कर दो. Intensity the formula सी gm/r². एक r मेरा x वा, एक r मेरा r minus x है. gm1 over x² equal to gm2 over r minus x². इतना clear जी? Yes, sir. ਹੁਣ ਇਹਨੂੰ ਸੋਲਵ ਕਰਕੇ ਅਸੀਂ x ਦੀ ਵੈਲਿਊ ਜਿਹੜੀ ਉੱਪਰ ਲੈ ਕੇ ਜਾਣੀ ਹੈ ਬੇਟਾ. g ਕੈਨਸਲ ਹੋ ਜਾਣਾ, ਅਲਟੀਮੇਟ ਆਪਣੇ ਕੋਲ ਟਰਮ ਬਣ ਗਈ m1 over x² equal to m2 over r minus x ਦਾ ਸਕੁਅਰ. ਕਲੀਅਰ ਆ? Yes. Yes, sir. ਹੁਣ ਆਪਾਂ ਇਹਨੂੰ ਬਹੁਤ ਸਿੰਪਲੀਫਾਈ ਕਰਦੇ ਚੱਲਣਾ ਤੇ ਇਹਦਾ ਮੈਂ ਤੁਹਾਨੂੰ ਇੱਕ ਮੈਥਡ ਬੋਲਿਆ ਸੀ ਕਿ ਵੀ ਆਪਾਂ ਕੁਆਡਰੈਟਿਕ ਨਹੀਂ ਬਣਨ ਦੇਣੀ, ਉਹਦੇ ਲਈ ਇਹਦੇ ਕਾਮਨ ਸਕੁਅਰ ਬਣਾ ਕੇ ਕੱਟ ਜੋ. ਇਹਦਾ ਮੈਂ ਨੈਕਸਟ ਲਾਈਨ 'ਚ ਜੇ ਇਹਨੂੰ ਮੈਂ ਇਦਾਂ ਸਿੰਪਲੀਫਾਈ ਕਰਾਂ ਕਿ ਇਹਨੂੰ ਰੂਟ m1 ਓਵਰ x ਸਾਰੇ ਦਾ ਹੋਲ ਸਕੁਅਰ ਪੜ ਲਵਾਂ ਤੇ ਇਹਨੂੰ ਰੂਟ m2 ਓਵਰ r minus x ਸਾਰੇ ਦਾ ਹੋਲ ਸਕੁਅਰ ਪੜ ਲਵਾਂ ਤੇ ਕੀ ਆ ਕਲੀਅਰ ਹੈ ਸਟੈਪ? Yes. Yes. Yes, sir. स्केयर ना स्केयर अपने कैंसिल हो जाने हैं. अल्टीमेट अपने को टर्म जेडी क्रॉस मल्टीप्लाई करके लिख लो, अपनी टर्म बन जानी r minus x into root m1 equal to x into root m2. क्लियर है जी? Yes, sir. ਹੁਣ ਆਪਾਂ Yes, sir. ਚੀਜ਼ ਬਣਾਣੇ में एक स्टेप फिर रिकॉल करान लग्या. ਆਪਾਂ जो करना वा ਆਪਾਂ ਇੱਕ ਤੇ 1/x ਦੀ ਤੇ ਇੱਕ 1/r minus x ਦੀ ਵੈਲਿਊ ਬਣਾਣੀ ਆ. ਇਹ ਦੋ ਵੈਲਿਊਜ਼ ਆਪਾਂ ਬਣਾ ਕੇ ਇਹਨੂੰ ਯੂਜ਼ ਕਰਨਾ. ਠੀਕ ਹੈ? ਹੁਣ ਉਹਦੇ ਲਈ ਆਪਾਂ ਇਹਨਾਂ ਨੂੰ ਨੋਨ ਵੇਰੀਏਬਲ ਚ ਕਨਵਰਟ ਕਰੀਏ. ਇਹਨੂੰ ਐਕਸਪੈਂਡ ਕਰਕੇ ਲਿਖਿਆ ਤਾਂ ਮੇਰੇ ਕੋਲ ਟਰਮ ਆ ਗਈ r root m1 minus x root m1 equal to x root m2. x वाली टर्म एक साइड करो क्योंकि ਆਪਾਂ x मुड़ के एलिमिनेट कराना है. ये मतलब अपने को टर्म आ गई r root m1 equal to x into root m2 plus root m1. Clear है? Yes, sir. Yes, sir. Yes, sir. ये तो x कर लेने. x की वैल्यू बन गई r root m1 over root m1 plus root m2. यानी अपने को x की वैल्यू इन टर्म ऑफ r m1 m2 आ जाओ. Yes, sir. ਇਹ x ਆ ਗਿਆ ਆਪਣੇ ਨੋਨ ਵੇਰੀਏਬਲ ਚ. ਇਦਾਂ ਅਸੀਂ ਐਸ ਸੱਚ ਇਧਰੋਂ ਜਿਹੜੀ ਵੈਲਿਊ ਲੈਣੀ ਆ ਇੱਕ ਤੇ 1/x ਆ ਮੀਨ ਇਹਦਾ ਰੈਸੀਪ੍ਰੋਕਲ ਕਰਕੇ ਰੱਖ ਲਾਂਗੇ. ਇੱਕ 1 over r minus x ਦੀ ਵੈਲਿਊ ਬਣਾ ਦਈਏ. ਹੁਣ ਇਥੋਂ ਜੇ r minus x ਬਣਾਣਾ ਹੈ ਠੀਕ ਹੈ ਨਾ ਤੇ r minus x ਬਣਾਉਣ ਵਾਸਤੇ ਇਸ ਵੈਲਿਊ ਨੂੰ r ਚੋਂ ਮਾਈਨਸ ਕਰਾ ਲਓ. ਨਾਓ ਜੇ ਨੂੰ ਕੰਟੀਨਿਊ ਕਰੀਏ ਨਾਓ r minus x ਵਾਸਤੇ ਆਪਣੀ ਟਰਮ ਕੀ ਬਣ ਜਾਏਗੀ ਉਹਨੂੰ ਡਿਵੈਲਪ ਕਰੋ. r minus x ਆ ਜਾਏਗਾ r minus ਆ ਸਾਰੀ ਟਰਮ ਜਿਹੜੀ ਆਪਣੀ ਬਣੀ ਸੀ ਨੂੰ ਯੂਜ਼ ਕਰਨ ਲੱਗਿਆ r into root m1 over root m1 plus root m2. एलसीएम बना के तो यूज कर लो ਤੇ ਸਰ ਹਾਂਜੀ ਸਰ r minus x ਦੀ ਵੈਲਿਊ ਉਤੋਂ ਬਣ ਜਾਣੀ ਆ. ਕਿਤੋਂ ਜੀ? ਸਰ ਉਹ ਅੰਡਰ ਰੂਟ m1 ਜਿੱਥੇ ਨਾਲ ਲਿਖਿਆ ਅੰਡਰ ਰੂਟ m2 ਨੂੰ ਥੱਲੇ ਲੈ ਆਣਾ ਸਰ. ਉੱਥੇ ਦੇਖੋ ਕਿੱਥੋਂ ਲੈ ਰਹੇ ਹੋ ਸਰ ਉਤੋਂ ਉਤਲਿਆ ਸਟੈਪ ਇੱਕ ਤੋਂ ਥੱਲੇ ਵਾਲਾ. ਇੱਥੇ ਇੱਥੇ ਹਾਂਜੀ ਸਰ. ਤੇ ਇੱਥੇ ਬਣਾ ਲਓ ਭਾਵੇਂ ਇੱਥੇ x ਭਰ ਕੇ ਪੁੱਟ ਕਰ ਲਓ. ਇੱਥੋਂ ਬਣਾ ਲਓ ਹਾਂਜੀ. ਜਿੱਦਾਂ ਮਰਜ਼ੀ ਤੁਸੀਂ ਮੇਨ r x ਬਣਾਣਾ ਜਿਹੜੇ ਮਰਜ਼ੀ ਸਟੈਪ ਨੂੰ ਪਰਫਾਰਮ ਕਰ ਸਕਦੇ ਹੋ. ਆਪਾਂ r x ਜਨਰਲ ਬਣਾ ਦਿੱਤਾ. ਇਹਨੂੰ ਇੱਥੋਂ ਸੋਲਵ ਕਰਕੇ ਆਪਣੀ ਉਹ ਟਰਮ ਆ ਗਈ r root m1 plus r root m2 minus r root m1 over बन गया root m1 plus root m2. r root m1 अपना कैंसिल हो जाना तो देयरफॉर r minus x की वैल्यू अपने को आ गई r root m2 over root m1 plus root m2. r minus x की वैल्यू भी अपने को बन गई है ਤੇ ਇਧਰੋਂ r x ਦੀ ਵੈਲਿਊ ਵੀ ਬਣੀ ਸੀਗੀ. ਹੁਣ ਦੋਨੋਂ ਵੈਲਿਊਜ਼ ਲੈ ਕੇ ਜੇ ਵਾਪਸ ਇੱਥੇ ਇਕੁਏਸ਼ਨ 1 ਚ ਲੈ ਕੇ ਆਈਏ ਤੇ ਆਪਣਾ c ਪੁਆਇੰਟ ਤੇ ਪੋਟੈਂਸ਼ੀਅਲ ਸੋਲਵ ਹੋਣਾ ਸ਼ੁਰੂ ਹੋ ਜਾਓ. ਇਹਨਾਂ ਕਲੀਅਰ ਆ? Yes, sir. Yes, sir. ਜੇ ਆਪਾਂ ਵੈਲਿਊਜ਼ ਨੂੰ ਸਬਸਟੀਟਿਊਟ ਕਰਨਾ ਉਹਦੇ ਲਈ ਇੱਕ ਸਟੈਪ ਹੋਰ ਕਰਨ ਕੀ ਲੱਗਿਆ ਇੱਥੇ ਰੈਸੀਪ੍ਰੋਕਲ ਵੈਲਿਊਜ਼ ਚਾਹੀਦੀਆਂ. ਆਪਾਂ ਪਹਿਲਾਂ ਹੀ ਰੈਸੀਪ੍ਰੋਕਲ ਬਣਾ ਕੇ ਲਿਖ ਲੈਂਦੇ.
ਇਹਦੇ ਨਾਲ ਜੇ ਮੈਂ ਇਸੇ ਥਾਂ ਤੇ ਆਪਾਂ 1/x ਲਿਖ ਕੇ ਰੱਖ ਲਈਏ ਤੇ ਆਪਣਾ 1/x बनना सी √m1 √m2 ओवर r √m1 ਇਹਦੇ ਉੱਪਰ ਸੈਕਿੰਡ ਟਰਮ ਬਣਾ ਲੈਣੇ ਆਪਣੇ ਕੋਲ 1 r - x ਦੀ ਵੈਲਿਊ ਦਾ ਰੈਸਿਪਰੋਕਲ 1 ਓਵਰ r - x ਜਿਹੜਾ ਵਾ ਉਹ ਬਣ ਜਾਏਗਾ √m1 √m2 ओवर r √m2 ਤੇ ਹੁਣ ਦੋਨੋਂ ਦੇ ਦੋਨੋਂ ਰੈਸਿਪਰੋਕਲ ਵੈਲਿਊਜ਼ ਇੱਥੇ ਜੇ ਪੁੱਟ ਅਪ ਕਰ ਲਈਏ ਤੇ देयरफॉर अपने को टर्म आ जाएगी -g into m1 into 1/x m1 into 1/x ਤੇ 1/x ਦੀ ਵੈਲਿਊ ਆਪਣੇ ਕੋਲ ਇੱਥੇ ਬਣੀ ਸੀਗੀ ਆਹੀ ਵੈਲਿਊ ਆਪਾਂ ਯੂਜ਼ ਕਰਾਂਗੇ ਤੇ ਆਪਣੀ ਟਰਮ ਆ ਜਾਣੀ ਇੱਥੇ into ਆ ਜਾਏਗਾ √m1 √m2 थोड़े जी हमने दी कैलकुलेशन बेटा इससे भी ना चलनी है r √m1 ये m1 के ओवर m1 into 1/x ਦੀ ਵੈਲਿਊ ਆ ਗਈ ਇਹਦੇ ਦੂਜੀ ਵੈਲਿਊ ਤੇ ਪੁੱਟ ਅਪ ਕਰ ਲਓ प्लस m2 into 1/r - x ਉਹਦੀ ਵੈਲਿਊ ਆਪਣੇ ਕੋਲ ਆ ਗਈ √m1 √m2